ਏਕਮ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ। ਡੈਮੋਕ੍ਰੈਟਿਕ ਪਾਰਟੀ ਨੇ ਬਾਈਡਨ ਨੂੰ ਅਧਿਕਾਰਤ ਤੌਰ ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ। ਅਫਰੀਕੀ ਦੇਸ਼ ਮਾਲੀ 'ਚ ਫੌਜ ਨੇ ਕੀਤਾ ਤਖਤਾ ਪਲਟ। ਬਲਾਰੂਸ 'ਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਕਾਰ ਰੂਸ ਨੇ ਦਿੱਤੀ ਚੇਤਾਵਨੀ। 103 ਸਾਲਾਂ ਦੇ ਕੋਰੋਨਾ ਵਾਇਰਸ ਦੇ ਮਰੀਜ਼ ਨੇ ਦਿੱਤੀ ਕੋਰੋਨਾ ਨੂੰ ਮਾਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਮੌਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ। ਲੁਧਿਆਣਾ 'ਚ ਬੈਟਰੀ ਦੇ ਨਾਲ ਚੱਲਣ ਵਾਲਾ ਲੋਕੋਮੋਟਿਵ ਇੰਜਨ ਬਣ ਕੇ ਤਿਆਰ। ਹੁਣ ਖਬਰਾਂ ਵਿਸਤਾਰ ਨਾਲ। ਅਮਰੀਕਾ 'ਚ ਨਵੰਬਰ 'ਚ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਵੇਗੀ। ਅਜਿਹੇ 'ਚ ਡੈਮੋਕ੍ਰੈਟਿਕ ਪਾਰਟੀ ਨੇ ਜੋ ਬਾਈਡਨ ਨੂੰ ਅਧਿਕਾਰਤ ਤੌਰ ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਵਾਸ਼ਿੰਗਟਨ ਦੇ ਸਿਆਸੀ ਦਿਗਜ ਬਾਈਡਨ ਹੁਣ ਨਵੰਬਰ ਦੀ ਚੋਣ 'ਚ ਮੌਜੂਦਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਟੱਕਰ ਦੇਣਗੇ। ਕਨਵੈਨਸ਼ਨ 'ਚ ਵੋਟਾਂ ਦੇ ਪੂਰਾ ਹੋਣ ਤੇ ਬਾਈਡਨ ਨੇ ਲਾਈਵ ਵੈਬਕਾਸਟ 'ਚ ਕਿਹਾ ਹੈ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ। ਇਸ ਦਾ ਮਤਲਬ ਇਹ ਹੈ ਕਿ ਦੁਨੀਆ ਮੇਰੇ ਤੇ ਮੇਰੇ ਪਰਿਵਾਰ ਦੇ ਨਾਲ ਹੈ ਤੇ ਮੈਂ ਤੁਹਾਨੂੰ ਵੀਰਵਾਰ ਨੂੰ ਮਿਲਾਂਗਾ। ਜੋ ਬਾਈਡਨ ਨੇ ਇਸ ਤੋਂ ਪਹਿਲਾਂ 2 ਵਾਰ ਰਾਸ਼ਟਰਪਤੀ ਦਾ ਉਮੀਦਵਾਰ ਬਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕੇ। ਇਸ ਵਾਰ ਰਾਸ਼ਟਰਪਤੀ ਚੋਣ 'ਚ ਉਮੀਦਵਾਰ ਬਣਨ ਦੀ ਆਪਣੀ ਸਿਆਸੀ ਇੱਛਾ ਪੂਰੀ ਹੋਣ ਤੇ ਉਹਨਾਂ ਟਵੀਟ ਕਰਕੇ ਕਿਹਾ ਹੈ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਖੂਬਸੂਰਤ ਤੇ ਸਨਮਾਨਿਤ ਪਲ ਹੈ। ਪੱਛਮੀ ਅਫਰੀਕੀ ਦੇਸ਼ ਮਾਲੀ 'ਚ ਫੌਜ ਨੇ ਤਖਤਾ ਪਲਟਾ ਦਿੱਤਾ ਹੈ। ਖਬਰ ਹੈ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਿਦਰੋਹ ਦੀ ਸ਼ੁਰੂਆਤ ਮੰਗਲਵਾਰ ਸ਼ਾਮ ਨੂੰ ਹੋਈ ਤੇ ਰਾਤ ਤੱਕ ਫੌਜ ਦੇ ਵਿਦਰੋਹੀਆਂ ਨੇ ਰਾਸ਼ਟਰਪਤੀ ਦੇ ਘਰ ਤੇ ਪ੍ਰਧਾਨ ਮੰਤਰੀ ਭਵਨ ਨੂੰ ਘੇਰ ਕੇ ਬੰਦੀ ਬਣਾ ਲਿਆ। ਇਸ ਦੌਰਾਨ ਰਾਜਧਾਨੀ ਬਾਮਾਕੋ 'ਚ ਵਿਦਰੋਹੀ ਫੌਜੀਆਂ ਨੇ ਵੱਡੇ ਪੈਮਾਨੇ ਤੇ ਫਾਇਰਿੰਗ ਵੀ ਕੀਤੀ। ਲੋਕਾਂ ਨੇ ਸੜਕਾਂ ਤੇ ਵਿਰੋਧ ਵੀ ਕੀਤਾ, ਸਰਕਾਰੀ ਇਮਾਰਤਾਂ ਨੂੰ ਵੀ ਅੱਗ ਲਗਾਈ ਤੇ ਪੂਰੇ ਦੇਸ਼ ਵਿੱਚ ਉਥਲ-ਪੁਥਲ ਦੀ ਸਥਿਤੀ ਬਣੀ ਹੋਈ ਹੈ। ਬੇਲਾਰੂਸ 'ਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਕਾਰ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਦੇ ਦੂਜੇ ਦੇਸ਼ਾਂ ਨੂੰ ਬੇਲਾਰੂਸ ਸੰਕਟ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਅਤੇ ਜਰਮਨ ਚਾਂਸਲਰ ਨਾਲ ਫੋਨ ਤੇ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਬੇਲਾਰੂਸ ਅਤੇ ਰਾਜਨੀਤਿਕ ਸੰਕਟ ਵਿੱਚ ਕਿਸੇ ਵੀ ਤਰ੍ਹਾਂ ਦਾ ਦਖਲ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਬੇਲਾਰੂਸ ਵਿੱਚ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਜਾਣਗੇ। ਜ਼ਿਕਰਯੋਗ ਹੈ ਕਿ ਬੇਲਾਰੂਸ ਵਿੱਚ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਵਿਰੁੱਧ ਦੇਸ਼ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ। ਲੁਕਾਸ਼ੈਂਕੋ ਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਕਰੀਬੀ ਮੰਨਿਆ ਜਾਂਦਾ ਹੈ। ਵੱਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਕੇਰਲ ਵਿੱਚੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਇੱਥੇ 103 ਸਾਲਾਂ ਦੇ ਇੱਕ ਕੋਰੋਨਾ ਮਰੀਜ਼ ਨੇ ਵਾਇਰਸ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਹੈ। ਇਸ ਬਜ਼ੁਰਗ ਮਰੀਜ਼ ਦੀ ਸਿਹਤਯਾਬੀ ਕੇਰਲ ਦੇ ਲਈ ਬਹੁਤ ਚੰਗੀ ਖਬਰ ਹੈ। ਅਜੋਕੇ ਸਮੇਂ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿੱਚ ਬਜ਼ੁਰਗ ਮਰੀਜ਼ ਦੀ ਰਿਕਵਰੀ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਇਸ ਮਰੀਜ਼ ਦਾ ਨਾਮ ਪੁਰਕੁੱਟਾ ਵਿਟਲਪ੍ਰੀਤ ਹੈ, ਜੋ ਅਲੂਵਾ ਦਾ ਰਹਿਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰੀਤ ਦਾ ਕੋਚੀ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸ ਦੀ ਕੋਰੋਨਾ ਰਿਪੋਰਟ 20 ਦਿਨ ਪਹਿਲਾਂ ਹੀ ਸਕਾਰਾਤਮਕ ਆਈ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਜਾ ਰਿਹਾ ਹੈ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਉਤਸੁਕਤਾ ਦੇ ਨਾਲ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆ ਕੇ ਨਤਮਸਤਕ ਹੁੰਦੀਆਂ ਨੇ, ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਸੰਗਤਾਂ ਦੀ ਪਹਿਲਾਂ ਜਿੰਨੀ ਗਿਣਤੀ ਦਰਬਾਰ ਸਾਹਿਬ ਵਿਖੇ ਵੇਖਣ ਨੂੰ ਨਹੀਂ ਮਿਲੀ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰੰਗ ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ। ਸ਼੍ਰੀ ਦਰਬਾਰ ਸਾਹਿਬ ਵਿੱਚ ਫੁੱਲਾਂ ਦੀ ਸਜਾਵਟ ਕਰਨ ਵਾਲਿਆਂ ਵਰਕਰਾਂ ਨੇ ਕਿਹਾ ਕਿ ਉਹ ਹਰ ਸਾਲ ਇੱਥੇ ਆ ਕੇ ਇਸੇ ਤਰ੍ਹਾਂ ਹੀ ਸਜਾਵਟ ਕਰਦੇ ਨੇ ਅਤੇ ਜਿਨ੍ਹਾਂ ਫੁੱਲਾਂ ਦੇ ਨਾਲ ਸਜਾਵਟ ਹੁੰਦੀ ਹੈ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਏ ਜਾਂਦੇ ਨੇ ਅਤੇ ਕਈ ਦਿਨਾਂ ਤੋਂ ਉਹ ਇੱਥੇ ਬੈਠ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਸਜਾਉਂਦੇ ਨੇ ਤੇ ਫੁੱਲ ਲਗਾਉਂਦੇ ਨੇ। ਸੁਰਿੰਦਰ ਸਿੰਘ ਜੀ, ਮੈਂ ਅੰਮ੍ਰਿਤਸਰ ਹੋਟਲ ਐਸੋਸੀਏਸ਼ਨ ਰੈਸਟੋਰੈਂਟ ਦਾ ਚੇਅਰਮੈਨ ਹਾਂ।
ਅੱਜ ਸਾਡੇ ਗੁਰੂ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਪੂਰੇ ਸਜਾਵਟ ਨਾਲ ਸਜਾਵਟ ਕੀਤੀ ਜਾ ਰਹੀ ਹੈ, ਜਿਸ ਵਿੱਚ ਹੁਮ ਆ ਕੇ ਸੰਗਤਾਂ ਬਾਹਰੋਂ ਦੂਰੋਂ ਨੇੜਿਓਂ ਆ ਰਹੀਆਂ ਹਨ। ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਲੋਕਡਾਊਨ ਦੇ ਬਾਵਜੂਦ ਵੀ ਲੋਕਾਂ ਨੇ ਕਾਫੀ ਸ਼ਰਧਾ ਪਿਆਰ ਨਾਲ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾਉਣ ਲਈ ਆ ਰਹੀਆਂ ਹਨ। ਅੱਜ ਬਾਹਰੋਂ ਸੰਗਤਾਂ ਨੇ ਫੁੱਲ ਬੂਟਿਆਂ ਨਾਲ ਪੂਰੀ ਸੇਵਾ ਕੀਤੀ ਜਾ ਰਹੀ ਹੈ ਅਤੇ ਇੱਥੇ ਸੰਗਤਾਂ ਨੇ ਹੁਮ ਆ ਕੇ ਪਹੁੰਚ ਰਹੀਆਂ ਹਨ। ਖਾਲਸਾ ਹੋਏ ਫਤਿਹ। ਸਤਨਾਮ ਕੌਰ। ਅਸੀਂ ਹੈਗੇ ਤੇ ਅੰਮ੍ਰਿਤਸਰ ਦੇ ਪਰ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਵੱਡੀ ਨੂੰ ਉਹਦੇ ਬਾਰੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ ਅਤੇ ਉਹਦੀ ਖੁਸ਼ੀ 'ਚ ਇਹ ਸੰਗਤ ਆਈ ਹੈ। ਸੰਗਤ ਇਕੱਠੀਆਂ ਹੁੰਦੀਆਂ ਨੇ ਅਤੇ ਫੁੱਲਾਂ ਦੇ ਹਾਰ, ਫੁੱਲਾਂ ਦੀ ਸਜਾਵਟ ਕੀਤੀ ਜਾਂਦੀ ਹੈ। ਦੂਰ ਦੂਰ ਤੋਂ ਸੰਗਤ ਆਉਂਦੀ ਆ ਅਤੇ ਰਾਮਸਰ ਤੋਂ ਮਹਾਰਾਜ ਦਾ ਸਰੂਪ ਜਿਹੜਾ ਉਹ ਬਾਬਾ ਗੁਰੂ ਅਰਜਨ ਦੇਵ ਜੀ ਵਾਂਗੂ ਅਤੇ ਮਹਾਰਾਜ ਦੇ ਸਿੰਘ ਸਾਹਿਬ ਇੱਥੇ ਲੈ ਕੇ ਆਉਂਦੇ ਨੇ ਅਤੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ। ਅਸੀਂ ਦਰਸ਼ਨ ਕਰਨ ਆਏ, ਆਪਣੇ ਬੱਚਿਆਂ ਨੂੰ ਲੈ ਕੇ ਇਹਨਾਂ ਨੂੰ ਵਿਖਾਉਣ ਆਏ ਆ ਭਈ ਸਤਿਗੁਰ ਦੀ ਮਹਿਮਾ, ਸਤਿਗੁਰ ਦੀ ਕਿਰਪਾ, ਇਹਨਾਂ 'ਤੇ ਵੀ ਸਤਿਗੁਰ ਕਿਰਪਾ ਕਰੇ। ਸਜਾਵਟ ਵੇਖ ਕੇ ਬੱਚੇ ਬਹੁਤ ਖੁਸ਼ ਹੋਏ ਆ, ਸੰਗਤ ਬਹੁਤ ਖੁਸ਼ ਹੋਣ ਡਈ ਹੈ, ਸੰਗਤ ਗਦਗਦ ਹੋ ਰਹੀ है, गुरु रामदास दियाँ बख्शा लै रही है। मेरा नाम असद सर, दिल्ली से। ये फूल कलकत्ता, दिल्ली, बेंगलोर से आया है। कई तरह का फूल है, 30-40 प्रकार की क्वालिटी है। 30-40 प्रकार की क्वालिटी है, जैसे ग्लाइड हुआ, गुलाब हुआ, कार्नेशन हुआ, एंथोरियम हुआ, ऑर्किड हुआ, जिप्सी हुई और स्नोप इंडिया हुआ, विक्टोरिया हुआ। गोल्डन टेम्पल हर साल आते हैं। यहाँ पर कारीगर यूपी से, कलकत्ता से कारीगर अभी करीब 100 के आसपास आए, क्योंकि अभी इस बार छोटी सेवा थी इसलिए 100 कारीगर। सजावट चल रही है, आज फाइनल देनी है। ਕਰੋਨਾ ਮਹਾਮਾਰੀ ਦੌਰਾਨ ਉੱਤਰ ਰੇਲਵੇ ਵੱਲੋਂ ਫਿਰੋਜ਼ਪੁਰ ਮੰਡਲ ਦੇ ਅਧੀਨ ਲੁਧਿਆਣਾ ਵਿੱਚ ਬੈਟਰੀ ਨਾਲ ਚੱਲਣ ਵਾਲਾ ਲੋਕੋਮੋਟਿਵ ਇੰਜਨ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਸ ਨੂੰ ਆਤਮ ਨਿਰਭਰਤਾ ਦੀ ਵੱਡੀ ਮਿਸਾਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਇੰਜਨ ਦੀ ਖਾਸੀਅਤ ਇਹ ਹੈ ਕਿ ਇਹ 15 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਸ਼ੰਟਿੰਗ ਦਾ ਕੰਮ ਕਰੇਗਾ। ਲੁਧਿਆਣਾ ਰੇਲਵੇ ਦੇ ਏਡੀ ਆਸ਼ੀਸ਼ ਵਰਮਾ ਅਤੇ ਮੋਹਨ ਸਰੂਪ ਸੀਨੀਅਰ ਇੰਜੀਨੀਅਰ ਇਲੈਕਟ੍ਰੋਨਿਕ ਨੇ ਦੱਸਿਆ ਹੈ ਕਿ ਇਸ ਇੰਜਨ ਨੂੰ ਲੋਕਡਾਊਨ ਦੇ ਦੌਰਾਨ 1 ਮਹੀਨੇ ਦੇ ਵਕਫੇ ਵਿੱਚ ਤਿਆਰ ਕੀਤਾ ਗਿਆ ਹੈ। ਇਸ ਲਈ 6 ਮੈਂਬਰਾਂ ਦੀ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਨ੍ਹਾਂ ਨੇ ਦਿਨ ਰਾਤ ਸਖਤ ਮਿਹਨਤ ਕਰਨ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਹੈ। ਉਹਨਾਂ ਕਿਹਾ ਹੈ ਕਿ ਡੀਜ਼ਲ ਇੰਜਨ ਉਹਨਾਂ ਕੋਲ ਕੰਮ ਕਰਦੇ ਨੇ, ਉਹ ਮਹੀਨੇ ਦਾ 4 ਤੋਂ 6 ਲੱਖ ਰੁਪਏ ਦਾ ਡੀਜ਼ਲ ਪੀ ਜਾਂਦੇ ਨੇ, ਪਰ ਬੈਟਰੀ ਵਾਲੇ ਇੰਜਨ ਦੇ ਨਾਲ ਇਸ ਦੀ ਲਾਗਤ ਕਾਫੀ ਘਟੇਗੀ ਤੇ ਰੇਲਵੇ ਵਿਭਾਗ ਨੂੰ ਇਸ ਦਾ ਕਾਫੀ ਫਾਇਦਾ ਹੋਏਗਾ। मैं मोहन स्वरूप, सीनियर डिविजनल इलेक्ट्रिकल इंजीनियर, इलेक्ट्रिक लोकोसेड लुधियाना, अंडर फिरोजपुर डिवीज़न। ये जो इंजन है इसकी 1 महीने में ये बन के तैयार हुआ, क्योंकि पहले से ही हमारे पास एक जो ओवरेज और ओवरेज जो लोको हो चुका था, ख़राब पड़ा हुआ था 2015 से, उसी को ही हमने रिबिल्डअप किया है और इसको 1 महीने लगा। और जो इसमें बैटरी सेट और चार्जर वगैरह जो एडिशनल फिटमेंट किया है और केबलिंग वगैरह, तो उसमें लगभग 5 लाख रुपए का खर्चा आया है। डेफिनेटली कि इसमें जो बिजली की ऑपरेट होगा तो डीजल लोकोमोटिव में हमारा डीजल खर्च हो रहा था 4-5 लाख रुपए पर मंथ का, तो वो बचेगा। और उसके जो डीजल कंजम्पशन की वजह से जो इन्वायरमेंटल इशू हो रहे थे, उससे फूम जनरेट हो रहा था, तो वो भी हमें इन्वायरमेंटल और इको फ्रेंडली रहेगा डेफिनेटली, क्योंकि आत्मनिर्भर में ये पहला हमारा कदम है कि जिसमें हमने इटसेल्फ इनिशिएट लेके और इस तरह से लोको बनाया है, जिसमें कि हमें डीजल कंजम्पशन कम हो रहा है, सेफ्टी भी हो रही है, मैन पावर भी कम यूज होगी, क्योंकि जो क्रू हमारा इलेक्ट्रिक पे काम करेगा वो ही इस पे काम करेगा। उसके लिए डीजल लोकोमोटिव की हमें रिक्वायरमेंट नहीं रहेगी तो क्रू नहीं रहेगा। और डेफिनेटली कि इसको देखते हुए अदर साइड भी इसको बिल्डअप करेंगे और आने वाले टाइम में हो सकता है कि रेलवे बोर्ड इस पर डिसाइड करे कि क्यों ना हमें शंटिंग के लिए इस तरह के लोकोमोटिव भी तैयार करवा लें। सच अभी हमने ये ट्रायल नहीं किया है कि चार्जिंग में कितना टाइम लेता है, बट इसकी जो बैटरी जब OHE पे वर्क करेगा तो ये ऑटोमेटिकली बैटरी चार्ज होती रहेगी, इसके लिए एडिशनल चार्जिंग के लिए रिक्वायरमेंट नहीं है ऐसा जी, क्योंकि इसकी जो बैटरी पर ऑपरेट होगा तो उतनी कैपेसिटी इसकी नहीं रहेगी कि इसमें हमें पैसेंजर कैरी कर सकें, लेकिन डेफिनेटली जो शंटिंग में यार्डों में जो पैसेंजर कैरेज होते हैं उनकी शंटिंग के लिए जो यूज़ होता है,
उसमें हम उपयोग कर सकते हैं इसका। हाँ डेफिनेटली, क्योंकि एनवायरमेंटल जो इशू इंडिया में बढ़ रहे हैं तो उनमें बेनिफिट होगा ही इससे। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਨਵੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੀ। ਉਨੀ ਦੇਰ ਤੱਕ ਦਿਓ ਇਜਾਜ਼ਤ। ਧੰਨਵਾਦ।